ਬਸ ਉਹ ਕੱਲ੍ਹ ਫਿਰ ਅੰਗਰੇਜ਼ੀ ਵਾਲੀ ਡਿਬੇਟ ਹੋਈ ਕੰਜ਼ਰਵੇਟਿਵ ਲੀਡਰਸ਼ਿਪ ਕੈਂਡੀਡੇਟਸ ਦੀ। ਚਾਰੋਂ ਜਾਣੇ ਸਟੇਜ 'ਤੇ ਸੀ। ਪਰਸੋਂ ਜਿਹੜੀ ਫਰੈਂਚ ਵਾਲੀ ਡਿਬੇਟ ਸੀ ਉਹ ਬੜੀ ਆਪਣੇ ਆਪ ਦੇ ਵਿੱਚ ਇੰਟਰਸਟਿੰਗ ਸੀ। ਮੈਨੂੰ ਨਾਟ ਦੈਟ ਮੈਨੂੰ ਫਰੈਂਚ ਆਉਂਦੀ ਆ, ਪਰ ਬਹੁਤੀ ਇਹਨਾਂ ਚਾਰਾਂ ਨੂੰ ਵੀ ਨਹੀਂ ਆਉਂਦੀ ਜਿਹੜੇ ਕਿ ਜਿਹੜੇ ਕਿ ਕੈਂਡੀਡੇਟ ਨੇ। ਯੈਸ ਸੋ ਇਹ ਬੜੀ ਐਕਸੈਂਟਡ ਫਰੈਂਚ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਅਤੇ ਉਹਦੀ ਮੈਂ ਰਿਪੋਰਟ ਪੜ੍ਹ ਰਿਹਾ ਸੀ। ਕਹਿੰਦੇ ਵੀ ਕਈ ਥਾਵਾਂ 'ਤੇ ਜਿਵੇਂ ਆਪਣੇ ਪੰਜਾਬੀ 'ਚ ਜਿਹੜੇ ਵੀ ਆਪਾਂ ਨਾਊਨਸ ਹੁੰਦੇ ਨੇ ਉਹਨਾਂ ਦਾ ਜੈਂਡਰ ਹੁੰਦਾ ਨਾ, ਵੀ ਪੈਨ ਹੈਗਾ, ਕਾਪੀ ਹੈਗੀ ਆ, ਅਤੇ ਡੈਸਕ ਹੈਗਾ, ਲਾਈਕ ਡੈਸਕ ਪਿਆ ਹੈ, ਅਤੇ ਇੱਦਾਂ ਹੀ ਫਰੈਂਚ 'ਚ ਵੀ ਹੈਗਾ। ਅਤੇ ਕਹਿੰਦੇ ਉਹਨਾਂ ਨੇ ਕਈ ਜਿਹੜੇ ਇੱਦਾਂ ਜੈਂਡਰ ਸੀਗੇ ਨਾਊਨਸ ਦੇ, ਉਹ ਬਹੁਤ ਮਿਕਸ ਅਪ ਕੀਤੇ। ਅਤੇ ਖੈਰ ਜਿਹੜੀ ਕੱਲ੍ਹ ਅੰਗਰੇਜ਼ੀ ਵਾਲੀ ਡਿਬੇਟ ਰਹੀ, ਜਿਹੜੀ ਫਰੈਂਚ ਵਾਲੀ ਡਿਬੇਟ ਸੀ ਉਹ ਬਹੁਤ ਤਿੱਖੀ ਡਿਬੇਟ ਰਹੀ, ਕਿਉਂਕਿ ਕਿਊਬੈਕ ਦੇ ਵੋਟਰਸ ਨੂੰ ਅਪੀਲ ਕਰਨ ਦੇ ਵਾਸਤੇ ਸਾਰਿਆਂ ਦਾ ਜ਼ੋਰ ਲੱਗਾ ਸੀ। ਮੁੱਕਦੇ ਗੱਲ ਇਹ ਹੈ ਕਿ ਦੋ ਜਣਿਆਂ ਦੀ ਮੇਨ ਡਿਬੇਟ ਸੀ ਇਹ, ਐਰਨ ਓਟੂਲ ਅਤੇ ਪੀਟਰ ਮਕੇਈ ਦੀ। ਅਤੇ ਸਿਚੁਏਸ਼ਨ ਕੱਲ੍ਹ ਇੰਗਲਿਸ਼ ਦੇ ਵਿੱਚ ਵੀ ਕੁਛ ਅਜਿਹੀ ਹੀ ਸੀ, ਪਰ ਟੋਨ ਬੜੀ ਡਿਫਰੈਂਟ ਸੀ। ਟੋਨ ਬਹੁਤ ਡਿਫਰੈਂਟ ਸੀ। ਉਹਦਾ ਵੱਡਾ ਕਾਰਨ ਇਹ ਸੀ ਵਿਜੇ ਕਿ ਜਿਹੜੀ ਫਰੈਂਚ ਦੇ ਨਾਲ ਉਹਨੂੰ ਕੰਪੇਅਰ ਕਰਕੇ ਦੇਖਿਆ ਜਾ ਰਿਹਾ ਸੀ ਫਰੈਂਚ ਡਿਬੇਟ ਦੇ ਨਾਲ। ਫਰੈਂਚ ਡਿਬੇਟ ਦੇ ਵਿੱਚ ਡੈਰੇਕ ਸਲੋਨ ਅਤੇ ਲੈਸਲਿਨ ਲੂਇਸ, ਜਿਹੜੇ ਕਿ ਦੋ ਕਹਿ ਲਓ ਕਿ ਲੈਸ ਇੰਪੋਰਟੈਂਟ ਕੈਂਡੀਡੇਟਸ ਇਸ ਦੌੜ ਦੇ ਵਿੱਚ ਹੈਗੇ ਆ, ਉਹਨਾਂ ਨੂੰ ਬਿਲਕੁਲ ਹੀ ਫਰੈਂਚ ਨਹੀਂ ਆਉਂਦੀ ਜੀ, ਅਤੇ ਉਹ ਜ਼ਿਆਦਾ ਬੋਲੇ ਨਹੀਂ। ਅਤੇ ਜ਼ਿਆਦਾ ਬੋਲੇ ਕੌਣ ਫਰੈਂਚ ਡਿਬੇਟ ਦੇ ਵਿੱਚ? ਐਰਨ ਓਟੂਲ ਅਤੇ ਪੀਟਰ ਮਕੇ। ਇਹ ਦੋਨੋਂ ਜਦੋਂ ਫਿਰ ਦੋ ਬੰਦੇ ਆਪਸ ਦੇ ਵਿੱਚ ਡਿਬੇਟ ਕਰ ਰਹੇ ਹੁੰਦੇ, ਉਹ ਫਿਰ ਤਲਖੀ ਥੋੜ੍ਹੀ ਵੱਧ ਜਾਂਦੀ ਹੈ। ਅਤੇ ਇਸ ਕਰਕੇ ਕੱਲ੍ਹ ਵਾਲੀ ਜਿਹੜੀ ਡਿਬੇਟ ਸੀ ਉਹਦੇ ਵਿੱਚ ਤਾਂ ਚਾਰੋਂ ਕੈਂਡੀਡੇਟਸ ਨੇ ਗੱਲਬਾਤ ਕੀਤੀ, ਅਤੇ ਉਹ ਥੋੜ੍ਹੀ ਸੋਬਰ ਲੱਗੀ ਡਿਬੇਟ। ਅਤੇ ਉਹਦੇ ਵਿੱਚ ਓਟੂਲ ਅਤੇ ਮਕੇ ਦੋਨਾਂ ਨੇ ਕੋਈ ਬਹੁਤ ਜ਼ਿਆਦਾ ਨਵੀਂ ਗੱਲ ਨਹੀਂ ਕੀਤੀ। ਹਾਂ, ਉਹਨਾਂ ਨੇ ਇਹੀ ਕਿਹਾ, ਕਹਿੰਦੇ ਕੰਜ਼ਰਵੇਟਿਵਜ਼ ਇਕਜੁੱਟ ਰਹਿਣ, ਅਤੇ ਉਹਨਾਂ ਨੇ ਜ਼ਿਆਦਾ ਜਿਹੜੇ ਅਟੈਕ ਸੀ, ਪਰਸਨਲ ਅਟੈਕ ਇੱਕ ਦੂਜੇ 'ਤੇ ਨਹੀਂ ਕੀਤੇ। ਫਰੈਂਚ ਡਿਬੇਟ ਦੇ ਵਿੱਚ ਇਹ ਹੋਇਆ ਸੀ, ਪਰ ਕੱਲ੍ਹ ਅੰਗਰੇਜ਼ੀ ਵਾਲੀ ਡਿਬੇਟ 'ਚ ਸਾਰਿਆਂ ਨੇ ਨਿਸ਼ਾਨਾ ਸਾਧਿਆ ਜਸਟਿਨ ਟਰੂਡੋ ਵੱਲ। ਅਤੇ ਓਟੂਲ ਦੇਖੋ, ਹੁਣ ਤੁਸੀਂ ਐਰਨ ਓਟੂਲ ਦਾ ਮੇਨ ਪਿਚ ਕੀ ਆ ਕਿ ਮੈਨੂੰ ਤੁਸੀਂ ਲੀਡਰ ਬਣਾਓ, ਕਿਉਂਕਿ ਮੈਂ ਟੋਰਾਂਟੋ ਇਲਾਕੇ ਦੇ ਵਿੱਚੋਂ 3 ਵਾਰ ਇਲੈਕਟ ਹੋ ਕੇ ਆ ਚੁੱਕਿਆ। ਅਤੇ ਕਹਿੰਦੇ ਕਿ ਇਹੀ ਉਹ ਇਲਾਕਾ ਜਿਹਦੇ ਵਿੱਚ ਪਿਛਲੀ ਫੈਡਰਲ ਚੋਣਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਬਹੁਤ ਬੁਰੀ ਤਰ੍ਹਾਂ ਹਾਰੀ ਸੀ, ਅਤੇ ਉਹਨੂੰ ਵੱਡਾ ਕਾਰਨ ਮੰਨਿਆ ਜਾ ਰਿਹਾ ਕਿ ਜਸਟਿਨ ਟਰੂਡੋ ਦੁਬਾਰਾ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੇ। ਅਤੇ ਉੱਧਰ ਦੂਜੇ ਪਾਸੇ ਪੀਟਰ ਮਕੇ ਦਾ ਕੀ ਕਹਿਣਾ? ਉਹ ਕਹਿੰਦੇ ਕਿ ਮੈਂ ਸਾਰੀ ਦੀ ਸਾਰੀ ਪਾਰਟੀ ਨੂੰ ਸ਼ੁਰੂ ਤੋਂ ਨਾਲ ਲੈ ਕੇ ਚੱਲਦਾ ਆਇਆ। ਕਹਿੰਦੇ ਮੈਂ ਪਾਰਟੀ ਬਣਾਈ ਹੈ। ਜਦੋਂ ਜਿਹੜਾ ਯੂਨਾਈਟ ਦਾ ਰਾਈਟ ਵਾਲੀ ਕੈਂਪੇਨ ਚੱਲੀ ਸੀ ਫੈਡਰਲ ਲੈਵਲ 'ਤੇ, ਸਟੀਵਨ ਹਾਰਪਰ ਦੇ ਨਾਲ ਜਿਹੜੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਸੀ ਅਤੇ ਉੱਧਰੋਂ ਕੈਨੇਡੀਅਨ ਅਲਾਇੰਸ ਸੀ, ਉਹਨਾਂ ਨੂੰ ਮਰਜ ਕਰਨ ਵਾਲੇ ਇਹ ਦੋਨੋਂ ਹੀ ਸੀਗੇ। ਪੀਟਰ ਮਕੇ ਹੁਣ ਬਾਰ-ਬਾਰ ਇਹੀ ਕਹਿ ਰਹੇ ਨੇ, ਕਹਿੰਦੇ ਕਿ 100 ਕੌਨਸ ਅਤੇ 5 ਕੌਨਸ ਮੈਂ ਕਹਿੰਦੇ ਇਕੱਠੇ ਸਾਰੇ ਕਰੂੰਗਾ, ਅਤੇ ਮੈਂ ਸ਼ੁਰੂ ਤੋਂ ਕਹਿੰਦੇ ਉਹਨਾਂ ਨੂੰ ਇਕੱਠੇ ਲੈ ਕੇ ਆ ਰਿਹਾ, ਚਲਾ ਰਿਹਾ, ਅਤੇ ਕਹਿੰਦੇ ਮੈਂ ਪਾਰਟੀ ਨੂੰ ਡਿਵਾਈਡ ਨਹੀਂ ਹੋਣ ਦੇਵਾਂਗਾ। ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਅਜਿਹਾ ਲੀਡਰ ਚਾਹੀਦਾ ਜਿਹੜਾ ਲਿਬਰਲਸ ਦੇ ਖਿਲਾਫ ਬੋਲੇ, ਨਾ ਕਿ ਕੰਜ਼ਰਵੇਟਿਵਸ ਦੇ ਖਿਲਾਫ ਹੀ ਗੱਲਬਾਤ ਕਰੇ। ਐਬਸੋਲੂਟਲੀ। ਅਤੇ ਉਹਨਾਂ ਨੇ ਸਿੱਧਾ ਨਿਸ਼ਾਨਾ ਕੀਤਾ ਐਰਨ ਓਟੂਲ 'ਤੇ। ਉਹ ਕਹਿੰਦੇ ਕਿ ਆਈ ਡੋਂਟ ਸਪੀਕ ਆਫ ਬੀਇੰਗ ਟਰੂ ਬਲੂ, ਕਿਉਂਕਿ ਟਰੂ ਬਲੂ ਕੰਜ਼ਰਵੇਟਿਵ ਗੱਲ ਕਰਦੇ ਨੇ ਐਰਨ ਓਟੂਲ। ਕਹਿੰਦੇ ਆਈ ਸਪੀਕ ਆਫ ਐਵਰੀਵਨ। ਕਹਿੰਦੇ ਮੈਂ ਤਾਂ ਸਾਰਿਆਂ ਦੀ ਗੱਲ ਕਰਨੀ ਹੈ, ਸਾਰੇ ਕੰਜ਼ਰਵੇਟਿਵ। ਅਤੇ ਓਟੂਲ ਨਾ ਵਿਜੇ ਇੱਕ ਗੱਲ ਕਰਦੇ ਐਰਨ ਓਟੂਲ ਕਿ ਇੱਕ ਨੈਸ਼ਨਲ ਲੈਵਲ 'ਤੇ ਇੰਡਸਟਰੀਜ਼ ਉੱਤੇ ਟੈਕਸ ਹੋਣਾ ਚਾਹੀਦਾ, ਇੱਕ ਰਜੀਮ ਹੋਣੀ ਚਾਹੀਦੀ ਹੈ। ਅਤੇ ਇਹਨੂੰ ਵੀ ਕੱਲ੍ਹ ਪੀਟਰ ਮਕੇ ਨੇ ਟਾਰਗੇਟ ਕੀਤਾ। ਕਹਿੰਦੇ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਕਾਰਬਨ ਟੈਕਸ ਨਾ ਹੋਵੇ, ਫਿਰ ਕਾਰਬਨ ਟੈਕਸ ਵਰਗੀ ਹੀ ਤੁਸੀਂ ਗੱਲ ਕਰ ਰਹੇ ਹੋ। ਐਰਨ ਓਟੂਲ ਦਾ ਇਹ ਕਹਿਣਾ, ਕਹਿੰਦੇ ਕਿ ਜੇ ਅਸੀਂ ਕੋਈ ਐਨਵਾਇਰਮੈਂਟ ਪਲਾਨ ਨਾ ਲੈ ਕੇ ਆਉਂਦਾ, ਕਹਿੰਦੇ ਪਹਿਲੀ ਗੱਲ ਤਾਂ ਫਿਰ ਜਿਹੜੇ ਨੌਜਵਾਨ ਵਿਅਕਤੀ ਨੇ ਉਹਨਾਂ ਨੇ ਵੋਟ ਨਹੀਂ ਪਾਉਣੀ। BC ਦੇ ਵਿੱਚ ਅਤੇ ਕਿਊਬੈਕ ਦੇ ਵਿੱਚ ਅਸੀਂ ਸੀਟਾਂ ਲੂਜ਼ ਕਰਾਂਗੇ। BC ਵਾਸੂ ਚਲੋ ਫਿਰ ਵੀ 42 ਸੀਟਾਂ ਹੀ ਨੇ ਸਾਡੇ ਕੋਲ ਫੈਡਰਲ 338 ਚੋਂ। ਕਿਊਬੈਕ ਦੇ ਵਿੱਚ ਦੈਟ ਪ੍ਰੋਵਿੰਸ ਇਜ਼ ਅ ਸੀਟ ਰਿਚ ਪ੍ਰੋਵਿੰਸ। ਅਤੇ ਕੱਲ੍ਹ ਇਸ ਦੇ ਜਵਾਬ ਦੇ ਵਿੱਚ ਐਰਨ ਓਟੂਲ ਨੇ ਕਿਹਾ, ਦੇਖੋ ਤੁਸੀਂ ਪੋਲੀਟਿਕਸ ਕਿਵੇਂ ਹੁੰਦੀ ਆ, ਕਹਿੰਦੇ ਮੈਂ ਬੜਾ ਹੈਰਾਨ ਹੋਇਆ ਕਿ ਪੀਟਰ ਮਕੇ ਇਸ ਟੈਕਸ ਦੇ ਖਿਲਾਫ ਨੇ, ਕਿਉਂਕਿ ਜੇਸਨ ਕੈਨੀ ਅਤੇ ਡਗ ਫੋਰਡ ਦੋਨੋਂ ਕਹਿੰਦੇ ਇਸ ਟੈਕਸ ਦੀ ਹਿਮਾਇਤ ਕਰਦੇ ਨੇ। ਕਹਿੰਦੇ ਐਂਡ ਡੂ ਯੂ ਥਿੰਕ ਕਿ ਤੁਹਾਨੂੰ ਉਹਨਾਂ ਦੇ ਨਾਲੋਂ ਵੱਧ ਪਤਾ ਹੈ ਕਿ ਪ੍ਰੋਵਿੰਸਿਸ ਦੇ ਵਿੱਚ ਕੀ ਹਾਲਾਤ ਨੇ? ਜੀ, ਕਿਉਂਕਿ ਉਹਨਾਂ ਨੇ ਕਿਹਾ ਜਿਹੜੇ ਵੱਡੇ ਕਾਰਪੋਰੇਟ ਐਮਿਟਰਸ ਨੇ ਉਹਨਾਂ ਦੇ ਉੱਪਰ ਕੋਈ ਦੇਣਦਾਰੀ ਬਣਾਉਣੀ ਚਾਹੀਦੀ ਹੈ, ਤਾਂ ਕਿ ਜਿਹੜਾ ਕਲਾਈਮੇਟ ਐਕਸ਼ਨ ਪੋਲਿਸੀ ਹੈ, ਕਹਿੰਦੇ ਕੋਈ ਨਾ ਕੋਈ ਸਾਨੂੰ ਤਿਆਰ ਕਰਨੀ ਪੈਣੀ ਹੈ, ਉਸ ਤੋਂ ਬਗੈਰ ਕੰਜ਼ਰਵੇਟਿਵ ਪਾਰਟੀ ਦੀ ਗੱਲ ਬਣਨੀ ਨਹੀਂ। ਹੁਣ ਦੇਖੋ ਜ਼ਿਆਦਾ ਡਿਬੇਟ ਤਾਂ ਇਹ ਦੋਨਾਂ ਦੇ ਵਿਚਕਾਰ ਹੋਈ, ਐਰਨ ਓਟੂਲ ਅਤੇ ਪੀਟਰ ਮਕੇ, ਪਰ ਜਿਹੜੇ ਬਾਕੀ ਦੋ ਕੈਂਡੀਡੇਟਸ ਨੇ ਡੈਰੇਕ ਸਲੋਨ ਅਤੇ ਲੈਸਲਿਨ ਲੂਇਸ। ਸਲੋਨ ਬਾਰੇ ਜੇ 2 ਸ਼ਬਦਾਂ 'ਚ ਕਹਿਣਾ ਹੋਵੇ ਤੇ ਉਹ ਸਿੰਪਲੀ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਉਹਨਾਂ ਕੰਜ਼ਰਵੇਟਿਵ ਵਿਦਆਊਟ ਅਪੋਲੋਜੀ, ਤਿੱਖੀ ਗੱਲ ਕਰਨੀ ਹੈ। ਉਹ ਕਹਿੰਦੇ ਕਿ ਮੈਂ WHO ਤੋਂ ਸਾਰੀ ਜਿਹੜੀ ਸਪੋਰਟ ਵਾਪਸ ਲੈ ਲੈਣੀ, ਅਬੋਰਸ਼ਨ ਦੀ ਡਿਬੇਟ ਦੁਬਾਰਾ ਖੋਲਾਂਗੇ, ਕਹਿੰਦਾ ਪੈਰਿਸ ਕਲਾਈਮੇਟ ਅਗਰੀਮੈਂਟ ਤੋਂ ਕਹਿੰਦੇ ਕੈਨੇਡਾ ਨੂੰ ਬਾਹਰ ਕੱਢ ਲੈਣਾ, ਅਤੇ ਕਹਿੰਦੇ ਟਰੰਪ ਨੂੰ ਸਪੋਰਟ ਕਰਨਾ। ਸੋ ਬੇਸਿਕਲੀ ਉਹ ਕੀ ਕਹਿ ਰਹੇ ਨੇ, ਜੇ ਤੁਹਾਨੂੰ ਟਰੰਪ ਵਰਗਾ ਪ੍ਰਾਈਮ ਮਿਨਿਸਟਰ ਚਾਹੀਦਾ ਤਾਂ ਮੈਨੂੰ ਚੁਣੋ। ਦੂਜੇ ਪਾਸੇ ਕੌਣ ਨੇ? ਲੈਸਲਿਨ ਲੂਇਸ। ਉਹ ਕਹਿੰਦੇ ਨੇ ਕਿ ਆਈ ਐਮ ਦ ਰਾਈਟ ਰੀਡਰ ਵਿਦ ਦ ਰਾਈਟ ਪੋਲਿਸੀਜ਼। ਕਹਿੰਦੇ ਕਿ ਵੀ ਆਰ ਗੁੱਡ ਪੀਪਲ। ਵਰਡਸ ਦੇਖਿਓ ਕਿਹੜੇ ਨੇ? ਕਰੇਜ, ਕੰਪੈਸ਼ਨ, ਕਾਮਨ ਸੈਂਸ।
ਸੋ ਉਹ ਕਹਿ ਰਹੇ ਨੇ ਕਿ ਜੇ ਤੁਹਾਨੂੰ ਜਸਟਿਨ ਟਰੂਡੋ ਵਰਗਾ ਲੀਡਰ ਚਾਹੀਦਾ ਤਾਂ ਮੈਨੂੰ ਚੁਣੋ। ਉਹ 5 ਸਾਲ ਦੀ ਉਮਰ 'ਚ ਐਜ਼ ਐਨ ਇਮੀਗ੍ਰੈਂਟ ਕੈਰੇਬੀਅਨ ਤੋਂ ਆਏ ਸੀ Yes. ਐਂਡ ਸ਼ੀ ਇਜ਼ ਅ PhD ਇਨ ਲਾਅ। She is. ਅਤੇ ਇਹ ਮਤਲਬ ਕੰਜ਼ਰਵੇਟਿਵ ਪਾਰਟੀ ਵਾਸਤੇ ਵੀ ਇਟ ਐਕਚੁਅਲੀ ਲੁਕਸ ਗੁੱਡ ਔਨ ਦੈਮ ਕਿ ਇੱਕ ਬਲੈਕ ਕਮਿਊਨਿਟੀ ਨਾਲ ਸੰਬੰਧਿਤ ਵਿਅਕਤੀ ਉਹਨਾਂ ਦੀ ਲੀਡਰਸ਼ਿਪ ਰੇਸ ਦਾ ਕੈਂਡੀਡੇਟ ਆ। ਤੇ ਤੁਸੀਂ ਨੰਬਰ ਆਫ ਟਾਈਮਸ ਕੱਲ੍ਹ ਇਹ ਗੱਲ ਸੁਣੀ ਕਿ ਐਰਨ ਓਟੂਲ ਤੇ ਪੀਟਰ ਮੱਕੇ ਬਾਰ-ਬਾਰ ਇਹ ਕਹਿੰਦੇ ਸੁਣੇ ਗਏ ਕਿ ਉਹਨਾਂ ਨੇ ਕਿਹਾ ਕਿ ਆਈ ਅਗਰੀ ਵਿਦ ਲੈਸਲਿਨ ਲੂਇਸ। ਉਹਨਾਂ ਨੇ ਅਟੈਕ ਨਹੀਂ ਕੀਤਾ। ਯੈਸ, ਅਟੈਕ ਨਹੀਂ ਕੀਤਾ। ਉਹਦਾ ਵੱਡਾ ਕਾਰਨ ਇਹ ਹੈ ਕਿ ਜਿਹੜੀ ਚੋਣ ਹੋਣੀ ਹੈ ਹਾਂ, ਇਹ ਰੈਂਕਡ ਬੈਲਟ ਹੈ। ਤੇ ਇਹਨਾਂ ਨੂੰ ਅਜੇ ਕਿਸੇ ਵੀ ਲੀਡਰ ਨੂੰ ਇਹ ਨਹੀਂ ਲੱਗਦਾ ਕਿ ਉਹ 51% ਸਮਰਥਨ ਹਾਸਲ ਕਰ ਸਕਣਗੇ। ਫਿਰ ਮੈਂਬਰ ਤੋੜਨ ਦੀ ਗੱਲ ਆਉਂਦੀ ਹੈ। ਹਾਂ, ਤੇ ਜਿਹੜੇ ਹੁਣ ਦੇਖੋ ਪਹਿਲਾਂ ਮੈਂ ਗੱਲ ਕੀਤੀ ਡੈਰੇਕ ਸਲੋਨ ਦੀ, ਉਹ ਹੈਗੇ ਫਾਰ ਰਾਈਟ। ਸੋ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਟੁੱਟ ਕੇ ਤੁਹਾਨੂੰ ਸਮਰਥਨ ਦੇਣਗੇ, ਇਹਦੀ ਜਿਹੜੀ ਸੰਭਾਵਨਾ ਬਹੁਤ ਘੱਟ ਹੈ। ਸੋ ਜ਼ਿਆਦਾ ਚਾਂਸਸ ਇਹਦੇ ਨੇ ਕਿ ਲੈਸਲਿਨ ਲੂਇਸ ਦੇ ਜਿਹੜੇ ਸਮਰਥਕ ਨੇ ਉਹ ਐਰਨ ਓਟੂਲ ਜਾਂ ਫਿਰ ਪੀਟਰ ਮੱਕੇ ਦੇ ਸਮਰਥਕਾਂ ਦੇ ਨਾਲ ਜੁੜ ਜਾਣ ਤੇ 51% ਜਿਹੜੀ ਵੋਟ ਆ ਉਹ ਮਿਲੇ। ਸੋ ਹੁਣ ਇਹਨਾਂ ਦੀ ਇੰਪੋਰਟੈਂਸ, ਲੈਸਲਿਨ ਲੂਇਸ ਦੀ ਇੰਪੋਰਟੈਂਸ ਜਿਹੜੀ ਹੈ ਸਪੈਸ਼ਲੀ ਬਿਕਾਜ਼ ਸ਼ੀ ਇਜ਼ ਅ ਲੇਡੀ ਆਫ ਕਲਰ ਤੇ ਉਹ ਇਮੀਗ੍ਰੈਂਟ ਨੇ ਐਂਡ ਸ਼ੀ ਇਜ਼ ਅ PhD in the current context. Yes, she may not be the queen but she could be the kingmaker.